ਵਾਹਿਗੁਰੂ ਜੀਓ। ਬਹੁਤ ਸਿਆਣਪ ਜਨ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਤਰਾਪੈ। ਭੇਖ ਅਨੇਕ ਅਗਨ ਬਨ ਨਹੀਂ ਬੁਝੈ, ਕੋਟ ਉਪਾਵ ਦਰਗਾ ਨਹੀਂ ਸਿਜੈ। ਛੂਟ ਸਨਾਹੀ ਉਬ ਪਿਆਲ, ਮੋਏ ਵਿਆਪੈ ਮਾਇਆ ਜਾਲ। ਮੋਹ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ। ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਊਚਾ। ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰਿਸ਼ਟ ਸਾਜਨਾ। ਸੂਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਸੂਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਗੁਰਬਾਣੀ ਵਿਚਾਰਦੇ ਗੁਰਮੁਖ ਜਨੋ, ਸਾਰੀ ਸਾਧ ਸੰਗਤ ਜੀ ਅਤੇ ਗੁਰੂ ਖਾਲਸਾ ਜੀਓ, ਆਪ ਜੀ ਦੇ ਚਰਨਾਂ ਦੇ ਵਿੱਚ ਪ੍ਰਣਾਮ। ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਗੁਰੂ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਅੱਗੇ ਵਧਾਉਂਦੇ ਹੋਏ ਬਾਤ ਨੂੰ ਸੁਖਮਨੀ ਸਾਹਿਬ ਦੇ ਵਿੱਚ ਫਰਮਾ ਰਹੇ ਹੈ। ਜਿੰਨੀਆਂ ਬੰਦੇ ਕੋਲ ਸਿਆਣਪਾਂ ਚਤਰਾਈਆਂ ਹੁੰਦੀਆਂ, ਜਮਾਂ ਦਾ ਭਉ ਪਿਆ ਰਹਿੰਦਾ ਹੈ, ਮੌਤ ਨਹੀਂ ਟਲਦੀ ਸਿਰ ਤੋਂ। ਅਨੇਕ ਯਤਨ ਕਰ ਤ੍ਰਿਸ਼ਨ ਨਾ ਤਰਾਪੈ। ਜਿੰਨੇ ਮਰਜ਼ੀ ਯਤਨ ਕਰ ਲਵੇ ਸਿਆਣਪਾਂ ਦੇ ਨਾਲ, ਇਹ ਜਿਹੜੀ ਤ੍ਰਿਸ਼ਨਾ ਇਹ ਕਦੇ ਪੂਰੀ ਨਹੀਂ ਹੁੰਦੀ। ਪੰਜਾਬ ਜਿੱਤਣਾ, ਫਿਰ ਭਾਰਤ ਜਿੱਤਣਾ, ਫਿਰ ਦੁਨੀਆ ਜਿੱਤਣੀ ਹੈ, ਫਿਰ ਚੰਦਰਮਾ ਜਿੱਤਣਾ, ਫਿਰ ਮੰਗਲ ਜਿੱਤਣਾ ਹੈ, ਇਹ ਤ੍ਰਿਸ਼ਨਾ ਕਦੇ ਵੀ ਮੁੱਕਦੀ ਨਹੀਂ। ਭੇਖ ਅਨੇਕ ਅਗਨ ਨਹੀਂ ਬੁਝੈ। ਜਿੰਨੇ ਮਰਜ਼ੀ ਭੇਖ ਕਰ ਲਵੇ ਬੰਦਾ, ਯੋਗੀਆਂ ਵਾਲੇ, ਸੰਨਿਆਸੀਆਂ ਵਾਲੇ, ਹੋਰ ਧਾਰਮਿਕ ਜਿੰਨੇ ਵੀ ਲਿਬਾਸ ਹੈ, ਅੰਦਰ ਦੀ ਅਗਨ ਨਹੀਂ ਬੁਝ ਸਕਦੀ ਭੇਖਾਂ ਨਾਲ। ਕੋਟ ਉਪਾਵ ਦਰਗਾ ਨਹੀਂ ਸਿਜੈ। ਜਿੱਥੇ ਸਾਧ ਸੰਗਤ ਜੀ ਉਹ ਭੇਖਾਂ ਦੀ ਗੱਲ ਆਉਂਦੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਵੀ ਪਹਿਲਾਂ ਭੇਖ ਪਾਇਆ ਸੀ। ਜਦੋਂ ਉਦਾਸੀਆਂ ਤੇ ਚੜ੍ਹੇ ਹੈ, ਸਿੱਧਾ ਨੂੰ ਪਹਿਲਾਂ ਮਿਲੇ ਜਦੋਂ ਸਮੇਰ ਦੇ ਉੱਤੇ, ਉਦੋਂ ਉਹਨਾਂ ਨੇ ਸਾਧੂਆਂ ਵਾਲਾ ਭੇਸ ਪਾਇਆ ਹੋਇਆ ਸੀ। ਸਿੱਧਾ ਨੇ ਸਵਾਲ ਵੀ ਪੁੱਛਿਆ ਸੀ, ਕਿਹ ਕਾਰਨ ਗ੍ਰਹਿ ਤਜਿਓ ਉਦਾਸੀ, ਕਿਹ ਕਾਰਨ ਇਹ ਭੇਖ ਨਿਵਾਸੀ। ਕਿਹੜੀ ਗੱਲ ਕਰਕੇ ਤੁਸੀਂ ਜਿਹੜਾ ਇਹ ਦੁਬਾਰੇ ਪੁੱਛਿਆ ਜਦੋਂ ਦੁਬਾਰੇ ਸ਼ਿਵਰਾਤ ਦੇ ਮੇਲੇ 'ਤੇ ਮਿਲੇ, ਵੀ ਤੁਸੀਂ ਕਿਹੜੀ ਗੱਲ ਕਰਕੇ ਭੇਖ ਪਹਿਲਾਂ ਹੋਰ ਪਾਇਆ ਵਾ ਸੀ, ਹੁਣ ਤੁਸੀਂ ਸੰਸਾਰੀ ਕੱਪੜੇ ਪਾ ਕੇ ਆ ਗਏ ਸ਼ਿਵਰਾਤ ਦੇ ਮੇਲੇ 'ਤੇ। ਪਹਿਲਾਂ ਸਮੇਰ ਪਰਬਤ 'ਤੇ ਜਦੋਂ ਗਏ ਸੀ, ਉਦੋਂ ਤੁਸੀਂ ਸਾਧੂਆਂ ਵਾਲਾ ਭੇਖ ਪਾਇਆ ਹੋਇਆ ਸੀ। ਤੋ ਗੁਰੂ ਨਾਨਕ ਪਾਤਸ਼ਾਹ ਇਸੀ ਕਰਕੇ ਕਹਿ ਰਹੇ ਹੈ ਬਈ ਭੇਖ ਅਨੇਕ ਅਗਨ ਨਹੀਂ ਬੁਝੈ। ਜਿਹੜੇ ਮਰਜ਼ੀ ਭੇਖ ਕਰੀ ਜਾਓ, ਅਗਨ ਨਹੀਂ ਬੁਝਦੀ। ਭੇਖਾਂ ਦਾ ਕੋਈ ਮਤਲਬ ਨਹੀਂ ਹੈ। ਉਹ ਸਮੇਂ ਸਥਾਨ ਅਨੁਸਾਰ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ। ਸਿੱਧ ਗੋਸ਼ਟ ਬਈ ਅਸੀਂ ਗੁਰਮੁਖਾਂ ਦੀ ਖੋਜ ਵਿੱਚ ਨਿਕਲੇ ਸੀਗੇ, ਤਾਂ ਹੀ ਉਦਾਸ ਧਾਰਿਆ ਸੀਗਾ। ਔਰ ਗੁਰਮੁਖਾਂ ਨੂੰ ਮਿਲਣ ਲਈ, ਕਿਉਂਕਿ ਜਿਹੜਾ ਜਿਹਾ ਬੰਦਾ ਅੱਗੇ ਸਾਹਮਣੇ ਹੁੰਦਾ, ਜੇ ਉਹੋ ਜਿਹਾ ਬਣੇ ਤਾਂ ਉਹ ਛੇਤੀ ਪਛਾਣ ਲੈਂਦਾ ਇੱਕ ਦੂਜੇ ਨੂੰ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਦਰਸ਼ਨ ਕੈ ਤਾਂ ਹੀ ਭੇਖ ਨਿਵਾਸੀ। ਤਾਂ ਅਸੀਂ ਭੇਖ ਲਿਆ ਸੀਗਾ ਵੀ ਤੁਹਾਡੇ ਸਭ ਦੇ ਜਿੰਨੇ ਸਾਧੂ ਲੋਕ ਹੈ ਦੁਨੀਆ ਭਰੋਂ ਦੇ, ਦਰਸ਼ਨ ਸੌਖੇ ਹੋ ਜਾਣਗੇ, ਪਛਾਣ ਲੈਂਦਾ ਬੰਦਾ। ਵੈਸੇ ਅਦਰਵਾਈਜ਼ ਭੇਖਾਂ ਦੇ 'ਚ ਕੁਛ ਨਹੀਂ ਰੱਖਿਆ ਹੋਇਆ। ਗੱਲ ਨਾਮ ਪਰ ਆ ਕੇ ਨਿਬੜਨੀ ਹੈ। ਮਨ ਦਾ ਜਿਹੜਾ ਮਨ ਦੀ ਸਫਾਈ ਦੇ ਵਿੱਚ ਜਿਹੜਾ ਨਾਮ ਪੈਦਾ ਹੁੰਦਾ, ਭੇਖ ਜਿਹੜਾ ਮਰਜ਼ੀ ਪਾ ਲਓ, ਕੋਈ ਇਤਰਾਜ਼ ਨਹੀਂ। ਕੋਟ ਉਪਾਵ ਦਰਗਾ ਨਹੀਂ ਸਿਜੈ।
ਜਿੰਨੇ ਮਰਜ਼ੀ ਉਪਾਅ ਕਰ ਲਵੇ ਬੰਦਾ ਆਪਣੀ ਸਿਆਣਪਾਂ ਨਾਲ, ਚਤਰਾਈਆਂ ਨਾਲ, ਕਰਮ ਧਰਮ ਨਾਲ, ਦਰਗਾਹ ਦੇ ਵਿੱਚ ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਹੋਣੀ। ਦਰਗਾਹ ਵਿੱਚ ਸਫਲ ਨਹੀਂ ਹੋਣ ਲੱਗਿਆ, ਕਾਮਯਾਬ ਨਹੀਂ ਹੋਣ ਲੱਗਿਆ। ਫਿਰ ਛੂਟ ਸੁਨਾਹੀ ਊਬ ਪਿਆਲ, ਊਬ ਪਿਆਲ ਅਸਮਾਨ ਔਰ ਪਤਾਲ ਵਿੱਚ, ਜਿੱਥੇ ਵੀ ਮਰਜ਼ੀ ਚਲੇ ਜਾਵੇ ਮਾਇਆ ਤੋਂ ਛੁਟਕਾਰਾ ਨਹੀਂ ਹੁੰਦਾ ਕਦੇ ਵੀ, 84 ਨਹੀਂ ਕੱਢਦੀ। ਮੋਹ ਵਿਆਪੈ ਮਾਇਆ ਜਾਲ, ਮੋਹ ਵੀ ਵਿਆਪਦਾ ਹੈ, ਮਾਇਆ ਦਾ ਜਾਲ ਵੀ ਵਿਆਪਦਾ ਹੈ। ਇਹ ਸਾਧ ਸੰਗਤ ਜੀ, ਮੋਹੇ ਔਰ ਮੋਹ ਦੋ ਸ਼ਬਦ ਹੈ। ਇਹ ਪ੍ਰਸੰਗ ਅਨੁਸਾਰ ਇਹਨਾਂ ਦੇ ਅਰਥ ਬਦਲਦੇ ਆ। ਜਿੱਥੇ ਮੈਨੂੰ ਦਾ ਮਤਲਬ ਹੁੰਦਾ ਉੱਥੇ ਮੋਹੇ, ਤੇ ਜਿੱਥੇ ਮੋਹ ਦਾ ਹੈ ਉੱਥੇ ਸਿਆਰੀ ਮੋਹ ਕਰਨ ਦੇ ਨਾਲ ਇਹ ਮਤਲਬ ਦਿੰਦੀ ਹੈ, ਬੋਲਣਾ ਹੈ ਉਹਨੂੰ ਮੋਹ। ਮੋਹ ਵਿਆਪੈ ਮਾਇਆ ਜਾਲ, ਮਾਇਆ ਦੇ ਜਾਲ 'ਚ ਫਸੀ ਜਾਂਦਾ, ਮੋਹ ਦੇ ਵਿੱਚ ਮੋਹ ਵਿਆਪੀ ਜਾਂਦਾ ਉਹਨੂੰ। ਅਵਰ ਕਰਤੂਤ ਸਗਲੀ ਜਮ ਡਾਨੈ, ਬਾਕੀ ਸਾਰੀਆਂ ਹੀ ਕਰਤੂਤਾਂ ਜਿੰਨੀਆਂ ਵੀ ਬੰਦਾ ਰੱਬ ਦੇ ਨਾਂ ਪਰ ਜਾਂ ਧਰਮ ਦੇ ਨਾਂ ਪਰ ਕਰਦਾ, ਸਾਰੀਆਂ ਪਰ ਜਮਾਂ ਦੀ ਡੰਨ ਲੱਗਦੀ ਹੈ, ਜਮਾਂ ਦੀ ਜਗਾਤ ਲੱਗਦੀ ਹੈ। ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ, ਜੇ ਪਰਮਾਤਮਾ ਦਾ ਭਜਨ ਕੋਲ ਹੋਏਗਾ ਫਿਰ ਗੱਲ ਚੱਲੂਗੀ ਦਰਗਾਹ 'ਚ, ਅਦਰਵਾਈਜ਼ ਇੱਕ ਤਿਲ ਵੀ ਨਹੀਂ ਮੰਨਦਾ ਉਹ। ਜਿੰਨਾ ਮਰਜ਼ੀ ਚੰਗਾ ਬਣ ਕੇ ਚਲੇ ਜਾਓ, ਸੰਸਾਰ 'ਚ ਦਾਨ ਪੁੰਨ ਕਰਕੇ ਜਾਓ, ਲੋਕਾਂ ਦੀ ਸੋਹ ਕਾਲ ਸੇਵਾ ਕਰਕੇ ਚਲੇ ਜਾਓ, ਨਹੀਂ ਅੱਗੇ ਕੋਈ ਵੀ ਚੱਲਣੀ ਗੱਲ। ਹਰ ਕਾ ਨਾਮ ਜਪਤ ਦੁੱਖ ਜਾਏ, ਹਰੀ ਦਾ ਨਾਮ ਜਪਾਂਗੇ ਤਾਂ ਦੁੱਖ ਚਲਿਆ ਜਾਊਗਾ। ਦੁੱਖ ਕਿਹੜਾ? ਕੱਖੇ ਨੂੰ ਔਂਕੜ ਹੈ, ਇੱਕ ਦੁੱਖ ਹਉਮੈ ਵਾਲਾ, ਜਨਮ ਮਰਨ ਵਾਲਾ। ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋਈ ਚਾਰ ਪਦਾਰਥਾਂ ਦੀ ਮੰਗ ਕਰਦਾ ਹੈ, ਧਰਮ, ਅਰਥ, ਕਾਮ, ਮੋਕਸ਼, ਤਾਂ ਸਾਧੂਆਂ ਦੀ ਸੇਵਾ 'ਚ ਲੱਗ ਜਾਵੇ। ਹੁਣ ਇਹ ਕੋਈ ਸਾਡੀ ਇਹ ਜਿੱਕਣ ਇੱਕ ਚੱਲ ਰਹੀ ਹੈ ਸੰਸਾਰ ਦੇ ਵਿੱਚ ਰੀਤ, ਉਹਦੇ ਮੁਤਾਬਕ ਹੈ ਵੀ ਸਾਨੂੰ ਚਾਰ ਪਦਾਰਥਾਂ ਦੀ ਲੋੜ ਪੈਂਦੀ ਹੈ ਦੁਨੀਆਦਾਰੀ ਕਰਨ ਖਾਤਰ, ਪਰ ਅਸਲ ਵਿੱਚ ਸਾਡੀ ਇਹ ਮੰਗ ਨਹੀਂ ਹੈ। ਜੇ ਅਸੀਂ ਰੱਬ ਨੂੰ ਪਾਉਣਾ ਹੈ, ਦੁਨੀਆਦਾਰੀ ਖਾਤਰ ਤਾਂ ਚਾਰ ਪਦਾਰਥਾਂ ਦੀ ਲੋੜ ਹੈ, ਮੰਗੇ ਜਾ ਸਕਦੇ ਹਾਂ, ਪਰ ਜੇ ਰੱਬ ਨੂੰ ਪਾਉਣਾ ਹੈ ਤਾਂ ਇਹਨਾਂ ਤੋਂ ਅੱਗੇ ਨਿਕਲਣਾ ਪੈਣਾ। ਫਿਰ ਭਾਈ ਗੁਰਦਾਸ ਜੀ ਫਰਮਾਉਂਦੇ, ਚਾਰ ਪਦਾਰਥ ਆਖੀਨ ਸਤਿਗੁਰ ਦੇ, ਨਾ ਗੁਰਸਿੱਖ ਮੰਗੈ। ਨਾ ਸਤਿਗੁਰੂ ਦਿੰਦਾ ਇਸ ਤਰ੍ਹਾਂ, ਨਾ ਜਿਹੜਾ ਜਾਣਿਆ ਉਹਦਾ ਸਿੱਖ ਹੈ ਉਹ ਮੰਗਦਾ। ਗੁਰਸਿੱਖ ਮੰਗਦਾ ਨਹੀਂ ਨਾ ਚਾਰ ਪਦਾਰਥਾਂ ਨੂੰ, ਕਿਉਂਕਿ ਇਹ ਤਾਂ ਮਹਾਰਾਜ ਵੱਲੋਂ ਆਪੇ ਦਿੱਤੇ ਹੋਏ ਹੈ। ਮੰਗਣਾ ਹੈ ਤਾਂ ਨਾਮ ਮੰਗੋ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਉਹ ਹੈ ਮੰਗਣ ਵਾਲੀ ਗੱਲ। ਚਾਰ ਪਦਾਰਥ ਰੁਜ਼ਗਾਰ ਖਾਤਰ ਠੀਕ ਹੈ, ਦੁਨੀਆਦਾਰੀ ਖਾਤਰ ਠੀਕ ਹੈ, ਪਰ ਰੱਬ ਦਾ ਤਲਕ ਹੈ ਜਿਹੜਾ ਉਹ ਤਾਂ ਨਾਮ ਨਾਲ। ਉਹ ਸਤਿਗੁਰੂ ਉਹ ਨਾਮ ਬਖਸ਼ਦਾ ਹੈ ਜੇ ਕਿਸੇ ਨੂੰ ਚਾਹਤ ਹੋਵੇ ਤਾਂ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਜੇ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਜਨਮ ਮਰਨ ਵਾਲਾ, ਤਾਂ ਹਰੀ ਦਾ ਨਾਮ ਹਿਰਦੇ ਦੇ ਵਿੱਚ ਹਮੇਸ਼ਾ ਹੀ ਗਾਉਣਾ ਚਾਹੀਦਾ ਭਾਈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹਉਮੈ ਛੋੜੈ। ਸੋਭਾ ਹਰ ਇੱਕ ਵਿਅਕਤੀ ਚਾਹੁੰਦਾ ਹੈ, ਜਾਨਵਰ ਵੀ ਚਾਹੁੰਦੇ ਆ ਵੀ ਸਾਨੂੰ ਕੋਈ ਪ੍ਰੇਮ ਕਰੇ। ਪੂੰਛ ਹਿਲਾਉਂਦਾ ਕੁੱਤਾ ਵੀ ਆਪਣੇ ਮਾਲਕ ਨੂੰ ਦੇਖ ਕੇ। ਜੇ ਸਾਨੂੰ ਆਪਣੀ ਸੋਭਾ ਦੀ ਲੋੜ ਹੈ ਤਾਂ ਫਿਰ ਦੁਨਿਆਵੀ ਸੋਭਾ ਦੀ ਕੋਈ ਕੀਮਤ ਨਹੀਂ ਜਿਹੜੀ ਆਪਾਂ ਕਰ ਰਹੇ ਹਾਂ। ਇੱਕ ਰਾਜਾ ਜਿਹਨੂੰ ਸਾਰੀ ਦੁਨੀਆ ਫੁੱਲ ਸਿੱਟਦੀ ਹੈ ਮਗਰ ਮਗਰ ਉਹਦੇ ਉੱਪਰ, ਦਰਗਾਹ ਦੇ ਵਿੱਚ ਉਹ ਵੀ ਜਾ ਕੇ ਕੀੜੀ ਦੇ ਰੂਪ 'ਚ ਵਿੱਚ ਆਉਂਦਾ ਹੈ। ਕੀੜੀ ਜਿੰਨੀ ਵੀ ਉਹਨੂੰ ਉੱਥੇ ਦਾ ਜਗ੍ਹਾ ਨਹੀਂ ਮਿਲਦੀ। ਸਾਧੂ ਦੀ ਸੰਗਤ ਵਿੱਚ ਜਾ ਕੇ ਹਉਮੈ ਨੂੰ ਛੱਡੇ, ਸੋਭਾ ਆਪਣੇ ਆਪ ਮਗਰ ਫਿਰੇਗੀ। ਤੋ ਦੁਨਿਆਵੀ ਸੋਭਾ ਪ੍ਰਵਾਨ ਨਹੀਂ ਹੈ। ਸੰਗਤ ਦੇ ਰਾਹੀਂ ਮਿਲੀ ਹੋਈ ਸੋਭਾ ਤਾਂ ਬਹੁਤ ਉੱਚੀ ਹੈ, ਉਹਨੂੰ ਕੋਈ ਟਾਲ ਵੀ ਨਹੀਂ ਸਕਦਾ, ਕੋਈ ਰੋਕ ਵੀ ਨਹੀਂ ਸਕਦਾ। ਉਹ ਸੋਭਾ ਸਭ ਤੋਂ ਉੱਤਮ ਹੁੰਦੀ ਹੈ, ਉਹ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੇ ਬੰਦਾ। ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾ ਕੀ ਸ਼ਰਨੀ ਪਰੇ। ਜਨਮ ਮਰਨ ਤਾਂ ਸਭ ਦਾ ਹੋਣਾ ਹੈ, ਲੇਕਿਨ ਜਿਹੜਾ ਉਹਦਾ ਡਰ ਹੈ, ਉਹ ਡਰ ਵਿੱਚ ਬੰਦਾ 100 ਵਾਰ ਰੋਜ਼ ਮਰਦਾ ਹੈ, ਉਹ ਡਰ ਮਿਟ ਜਾਂਦਾ ਸਾਧੂਆਂ ਦੀ ਸ਼ਰਨ ਵਿੱਚ ਜਾ ਕੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਜਿਸ ਜਨ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ, ਤਾਂਘ ਹੁੰਦੀ ਹੈ, ਗੁਰੂ ਨਾਨਕ ਸਾਹਿਬ ਪੰਚਮ ਪਾਤਸ਼ਾਹ ਉਹਦੇ ਬਲ ਬਲ ਜਾਣ ਦੀ ਬਾਤ ਕਰ ਰਹੇ।
ਉਹਦੇ ਬਲਿਹਾਰ ਜਾਣ ਦੀ, ਬਾਰ ਬਲਿਹਾਰ ਜਾਣ ਦੀ ਬਾਤ ਕਰ ਰਿਹਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਸਾਰਿਆਂ ਪੁਰਖਾਂ 'ਚ ਪ੍ਰਧਾਨ ਪੁਰਖ ਕੌਣ ਹੁੰਦਾ? ਜਿਹਦਾ ਸਾਧੂ ਦੀ ਸੰਗਤ ਵਿੱਚ, ਗੁਰੂ ਕੀ ਸੰਗਤ ਵਿੱਚ ਜਾ ਕੇ ਅਭਿਮਾਨ ਮਿਟ ਜਾਂਦਾ ਹੈ। ਮੇਨ ਪਲੈਂਕ ਗੁਰਬਾਣੀ ਦਾ ਅਭਿਮਾਨ ਹੈ, ਹਉਮੈ ਹੈ, ਬਾਕੀ ਸਭ ਕੁਛ ਪਿੱਛੇ ਰਹਿ ਜਾਂਦਾ। ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਛੋਟਾ ਸਮਝਦਾ ਹੈ, ਅਸਲ ਵਿੱਚ ਉਹੀ ਸਾਰਿਆਂ ਤੇ ਉੱਚਾ ਬਣਦਾ ਹੈ। ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਜਿਹਦਾ ਮਨ ਸਗਲ ਦੀ ਰੇਣ ਹੋ ਜਾਏ, ਸਾਰਿਆਂ ਦੀ ਧੂੜ ਬਣ ਜਾਵੇ, ਇੰਨਾ ਨੀਵਾਂ ਹੋ ਜਾਏ ਬੰਦਾ। ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਤਿੰਨ ਦੇ ਨੰਨੇ ਨੂੰ ਸਿਆਰੀ ਆ ਰਹੀ ਹੈ ਸਾਧ ਸੰਗਤ ਜੀ, ਇਹ ਤਿੰਨ ਬਹੁਤਿਆਂ ਖਾਤਰ ਨਹੀਂ ਹੈ, ਇਹ ਇੱਕ ਵਚਨਕ ਹੈ। ਉਹ ਘਟ ਘਟ ਵਿੱਚ ਹਰੀ ਦਾ ਨਾਮ ਪਛਾਣਦਾ ਹੈ, ਜਿਹਦਾ ਮਨ ਰੇਣ ਬਣ ਜਾਵੇ ਸਾਰਿਆਂ ਦਾ। ਮਨ ਆਪਣੇ ਤੇ ਬੁਰਾ ਮਿਟਾਨਾ, ਆਪਣੇ ਮਨ ਦੇ ਉੱਤੇ ਬੁਰਾਈ ਖਤਮ ਕਰ ਲੈਂਦਾ ਆਪਣੇ ਮਨ ਵਿੱਚੋਂ। ਸਾਰੇ ਸਭ ਦੇ ਸੰਗ ਬਣ ਆਉਂਦੀ ਹੈ ਫਿਰ ਉਹਦੀ। ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਾਈ। ਪੇਖੈ ਸਗਲ ਸ੍ਰਿਸ਼ਟ ਸਾਜਨਾ। ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਸਾਜਨ ਨੂੰ ਦੇਖੇ, ਪਰਮਾਤਮਾ ਨੂੰ ਦੇਖੇ। ਸੂਖ ਦੁਖ ਜਨ ਸਮ ਦ੍ਰਿਸ਼ਟਿਤਾ। ਜਨ ਨੂੰ ਦੁੱਖ ਸੁੱਖ ਬਰਾਬਰ ਹੋ ਜਾਂਦੇ, ਉਹਦੀ ਦ੍ਰਿਸ਼ਟੀ ਸਮ ਹੋ ਜਾਂਦੀ ਹੈ। ਦ੍ਰਿਸ਼ਟੀਆਂ ਵਿੱਚ ਵੀ ਸਾਧ ਸੰਗਤ ਜੀ ਅੰਤਰ ਹੈ ਗੁਰਮਤਿ ਦੇ ਫਲਸਫੇ 'ਚ। ਇੱਕ ਦ੍ਰਿਸ਼ਟੀ ਹੁੰਦੀ ਹੈ ਦਿਵ ਦ੍ਰਿਸ਼ਟੀ। ਦਿਵ ਦ੍ਰਿਸ਼ਟੀ ਵੀ ਬਹੁਤ ਉੱਚੀ ਬਾਤ ਹੈ, ਜਿਹਦਾ ਹਰ ਇੱਕ ਜਗ੍ਹਾ ਉਹਨੂੰ ਪ੍ਰਭੂ ਨਜ਼ਰ ਆਵੇ, ਉਹਦੀ ਦਿਵ ਬਣ ਜਾਵੇ, ਦੇਵਤਿਆਂ ਵਾਲੀ ਦ੍ਰਿਸ਼ਟੀ ਬਣ ਜਾਏ। ਅਤੇ ਸਮਦ੍ਰਿਸ਼ਟ ਉਸ ਤੋਂ ਵੀ ਉੱਪਰ ਹੁੰਦਾ ਹੈ, ਜਿਹੜਾ ਸਾਰਿਆਂ ਨੂੰ ਹੀ ਬਰਾਬਰ ਸਮਝ ਲਵੇ, ਛੋਟੇ ਨੂੰ ਵੀ ਬੜੇ ਨੂੰ ਵੀ। ਨਾਨਕ ਪਾਪ ਪੁੰਨ ਨਹੀਂ ਲੇਪਾ। ਫਿਰ ਉਸਨੂੰ ਜਿਹੜਾ ਸਮਦ੍ਰਿਸ਼ਟ ਹੋ ਜਾਂਦਾ, ਨਾ ਪਾਪ ਹੈ ਨਾ ਪੁੰਨ ਹੈ, ਕੁਛ ਨਹੀਂ ਲੱਗਦਾ। ਇਹ ਦੁਨੀਆ ਖਾਤਰ ਹੈ। ਦੁਕ੍ਰਿਤ ਸੁਕ੍ਰਿਤ ਮਦੇ ਸੰਸਾਰ ਸਗਲਾਣਾ, ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਨਿਰਧਨ ਕੋ ਧਨ ਤੇਰੋ ਨਾਉ। ਨਿਰਧਨ ਬੰਦੇ ਖਾਤਰ, ਜਿਹੜਾ ਗਰੀਬ ਹੁੰਦਾ ਉਹਦੇ ਖਾਤਰ ਧਨ ਤੇਰਾ ਨਾਮ ਹੈ। ਉਹ ਨਿਰਧਨ ਵੀ ਬਹੁਤ ਬੜਾ ਬਣ ਜਾਂਦਾ, ਅਮੀਰ ਬਣ ਜਾਂਦਾ। ਮਾਇਆ ਮੋਤੀ ਹੀਰੇ ਉਹਦੇ ਮਗਰ ਮਗਰ ਫਿਰਦੇ ਆ, 9 ਨਿਧੀਆਂ 18 ਸਿੱਧੀਆਂ। ਜਿਹੜਾ ਗਰੀਬ ਹੁੰਦਾ ਪਰ ਜਿਹਦੇ ਅੰਦਰ ਨਾਮ ਆ ਜਾਵੇ। ਨਿਥਾਵੇਂ ਕੋ ਨਾਉ ਤੇਰਾ ਥਾਉ। ਜਿਹਦੇ ਕੋਲ ਕੋਈ ਜਗ੍ਹਾ ਨਹੀਂ ਹੈ, ਤੇਰਾ ਥਾਂ ਹੈ ਜਿਹੜਾ, ਤੇਰਾ ਨਾਮ ਹੈ ਜਿਹੜਾ, ਉਹ ਉਹਦੀ ਥਾਂ ਬਣ ਜਾਂਦਾ। ਨਿਮਾਣੇ ਕੋ ਪ੍ਰਭ ਤੇਰੋ ਮਾਨ। ਨਿਮਾਣਿਆਂ ਨੂੰ ਤੇਰਾ ਮਾਣ ਹੋ ਜਾਂਦਾ, ਤੂੰ ਉਹਨਾਂ ਦਾ ਮਾਣ ਬਣ ਜਾਂਦਾ। ਸਗਲ ਘਟਾਂ ਕੋ ਦੇਵੋ ਦਾਨ। ਸਾਰਿਆਂ ਹਿਰਦਿਆਂ ਵਿੱਚ ਤੂੰ ਹੀ ਦਾਨ ਦਿੰਦਾ, ਇਹ ਨਾਮ ਵਾਲਾ ਜਿਹੜਾ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਾਨੋ ਆਪੇ। ਆਪਣੀ ਕਰੀ ਹੋਈ ਨੂੰ, ਗਤ ਨੂੰ, ਮਿਤ ਨੂੰ। ਗਤ ਹੁੰਦੀ ਹੈ ਪਰਮ ਗਤੀ, ਪਰਮ ਪਦ ਪ੍ਰਾਪਤ ਕਰ ਲੈਣਾ। ਮਿਤ ਹੁੰਦਾ ਅੰਦਾਜ਼ਾ ਲਾਉਣਾ। ਇਹ ਸਭ ਕੁਝ ਤੂੰ ਆਪਣੀ ਆਪ ਜਾਣਦਾ। ਅਸੀਂ ਦੁਨਿਆਵੀ ਜੀਵ ਤੇਰੇ ਬਾਰੇ ਕੁਛ ਨਹੀਂ ਜਾਣ ਸਕਦੇ। ਇੱਕ ਮੱਛੀ ਕਿਵੇਂ ਸਰੋਵਰ ਦਾ ਅੰਤ ਲੈ ਸਕਦੀ ਹੈ, ਜਾਂ ਸਮੁੰਦਰ ਦਾ ਅੰਤ ਕਿਵੇਂ ਪਾ ਸਕਦੀ ਹੈ। ਆਪਨ ਸੰਗ ਆਪ ਪ੍ਰਭ ਰਾਤੇ। ਇਹ ਵਾਹਿਗੁਰੂ ਜੀਓ, ਤੁਸੀਂ ਆਪਣੇ ਆਪ ਵਿੱਚ ਆਪੇ ਰਚੇ ਮਿਚੇ ਹੋਏ ਹੈ। ਤੁਮਰੀ ਉਸਤਤ ਤੁਮ ਤੇ ਹੋਏ। ਜਿਹੜੀ ਵਾਹਿਗੁਰੂ ਜੀਓ ਤੁਹਾਡੀ ਜਿਹੜੀ ਉਸਤਤ ਹੈ, ਉਹ ਤੁਹਾਡੇ ਤੋਂ ਹੀ ਹੋ ਸਕਦੀ ਹੈ। ਦੂਜਾ ਬੰਦਾ ਨਹੀਂ ਕਰ ਸਕਦਾ। ਜੇ ਤੁਸੀਂ ਬਖਸ਼ੋਗੇ ਉਸਨੂੰ ਤਾਂ ਕਰੂਗਾ, ਅਦਰਵਾਈਜ਼ ਨਹੀਂ ਕਰ ਸਕਦਾ। ਨਾਨਕ ਅਵਰ ਨਾ ਜਾਣ ਸਕੋਏ। ਹੋਰ ਕਿਸੇ ਨੂੰ ਤੇਰੀ ਉਸਤਤੀ ਕਰਨ ਦਾ ਵਾਹਿਗੁਰੂ ਜੀਓ ਨਹੀਂ ਪਤਾ ਹੈ। ਜੇ ਤੂੰ ਬਖਸ਼ਦਾ ਤਾਂ ਉਹ ਕਰਦਾ, ਅਦਰਵਾਈਜ਼ ਨਹੀਂ ਕਰ ਸਕਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਥੋੜਾ ਜਿਹਾ ਅੱਗੇ ਚੱਲ ਪਈ ਵਿਚਾਰ, ਕੋਈ ਬਾਤ ਨਹੀਂ, ਕਰ ਦਿੰਦੇ ਕਿਉਂਕਿ ਸਮਾਂ ਹੈਗਾ ਅੱਜ। ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸਾਰਿਆਂ ਧਰਮਾਂ ਦੇ ਵਿੱਚ ਸ੍ਰੇਸ਼ਟ ਧਰਮ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪੋ, ਇਹ ਹੀ ਨਿਰਮਲ ਕਰਮ ਹੈ।
ਕਰਮ ਦੇ ਮੰਮੇ ਨੂੰ ਔਂਕੜ ਕਰਕੇ ਇੱਕੋ ਹੀ ਕਰਮ ਦੀ ਗੱਲ ਹੋ ਰਹੀ ਹੈ, ਬਹੁਤਿਆਂ ਕਰਮਾਂ ਦੀ ਗੱਲ ਇੱਥੇ ਨਹੀਂ ਹੈ। ਸ਼ੁਭ ਕਰਮ ਦੀ ਗੱਲ ਹੋਰ ਜਗ੍ਹਾ ਹੈ ਗੁਰਬਾਣੀ 'ਚ, ਪਰ ਇਸ ਤੁਕ ਤੋਂ ਤਾਂ ਇਹੀ ਭਾਵ ਹੈ ਵੀ ਇਹ ਹੀ ਨਿਰਮਲ ਕਰਮ ਹੈ, ਹਰੀ ਦਾ ਨਾਮ ਜਪੋ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਰੀਆਂ ਕਿਰਿਆਵਾਂ ਦੇ ਵਿੱਚ ਸਭ ਤੋਂ ਵਧੀਆ ਕਿਰਿਆ ਕਿਹੜੀ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਸਾਧੂ ਦੀ ਸੰਗਤ ਵਿੱਚ ਜਾ ਕੇ ਆਪਣੀ ਦੁਰਮਤ ਨੂੰ, ਮੈਲ ਨੂੰ ਦੂਰ ਕਰ ਲਓ ਭਾਈ, ਇਹੀ ਵਧੀਆ ਕਿਰਿਆ। ਸਗਲ ਉਦਮ ਹੈ ਉਦਮ ਭਲਾ, ਸਾਰੇ ਉਦਮਾਂ ਦੇ ਵਿੱਚ ਉਦਮ ਕਿਹੜਾ ਭਲਾ ਹੈ? ਹਰ ਕਾ ਨਾਮ ਜਪੋ ਜੀ ਸਦਾ, ਉਹਦਾ ਨਾਮ ਸਦਾ ਹੀ ਅੰਦਰ ਤੋਂ ਜਪੋ, ਇਹੀ ਉਦਮ ਭਲਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਾਰੀਆਂ ਬਾਣੀਆਂ ਵਿੱਚੋਂ ਉੱਤਮ ਬਾਣੀ ਕਿਹੜੀ ਹੈ? ਹਰੀ ਦਾ ਜਸ ਕਰਨਾ, ਕੰਨਾਂ ਦੇ ਰਾਹੀਂ ਸੁਣਨਾ। ਸਗਲ ਥਾਨ ਤੇ ਹੋ ਉੱਤਮ ਥਾਨ, ਨਾਨਕ ਜਿਹੇ ਘਟ ਵਸੈ ਹਰ ਨਾਮ। ਸਾਰਿਆਂ ਸਥਾਨਾਂ ਤੋਂ ਉੱਤਮ ਸਥਾਨ ਕਿਹੜਾ ਹੈ? ਉਹ ਘਟ ਹੈ ਜਿਹੜੇ ਹਿਰਦੇ ਦੇ ਵਿੱਚ ਨਾਮ ਵਸਦਾ ਹੈ, ਉਹ ਸਭ ਤੋਂ ਉੱਚਾ ਹੋ ਜਾਂਦਾ ਹੈ। ਸਗਲ ਥਾਨ ਤੇ ਹੋ ਉੱਤਮ ਥਾਨ, ਨਾਨਕ ਜਿਹੇ ਘਟ ਵਸੈ ਹਰ ਨਾਮ। ਚਲੋ ਅੱਜ ਮਹਾਰਾਜ ਨੇ ਕਿਰਪਾ ਕਰਤੀ, ਥੋੜਾ ਜਿਹਾ ਅੱਗੇ ਵੱਧ ਗਏ ਹਾਂ, ਪੂਰੇ 3 ਅਸ਼ਟਪਦੀਆਂ ਸਮਾਪਤ ਹੋ ਗਈਆਂ। ਗੁਰੂ ਮਹਾਰਾਜ ਬਲ ਦੇਵੇ ਹੋਰ ਅੱਗੇ। ਸਾਧ ਸੰਗਤ ਜੀਓ, ਕੋਈ ਅਪਸ਼ਬਦ ਦੀ ਖਿਮਾ ਦਿਓ, ਅਸੀਸ ਵੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।